हाँ जी प्यारे बच्चों नमस्कार। अज आप गल करांगे पंजवीं जमात पंजाबी पुस्तक पाठ नंबर 13 फुलकारी कला। इस पाठ नूं पढ़ांगे और इस पाठ के प्रश्न उत्तर भी करांगे। इस तो इलावा बाकी पाठां के प्रश्न उत्तर तुसीं प्लेलिस्ट दे विच जाके कर सकते हो। माँ जी मैनू भी एक फुलकारी दे दिओ, शहर विच कई कुड़ियां फुलकारी दीआं कमीजां पाई फिरदियां ने। साडी अध्यापका दे घर तां परदे भी फुलकारियां दे लगे होए हन। ਉਹ बहुत ही सोहणे लगदे ने। हरमीत ने अपनी माँ नूं कहा। लै रहण दे, हुण कित्थे मुड़ के पुराना रिवाज आ गया। हुण तां फुलकारियां ऊई मनो विसार दित्तियां ने लोकां ने। माँ जी बोले। नहीं नहीं माँ जी, हुण तां फुलकारी दी बहुत कदर हो गई है। बाहरले देसां विच भी इन्हां दी बड़ी मंग हो गई है। लियाओ तुसीं भी जे कोई बेचनी है। ना भाई मैं नहीं बेचनी, फुलकारी भी कदे बेची दी है। ਇਹ ਤਾਂ ਮੈਂ ਤੇਰੇ ਵਿਆਹ ਵਿੱਚ ਦੇਵਾਂਗੀ। ਮੇਰੇ ਕੋਲ ਸੁੱਖੀ ਸਾਂਦੀ ਬਥੇਰੀਆਂ ਫੁਲਕਾਰੀਆਂ ਨੇ। ਨਾਲੇ ਫੁਲਕਾਰੀ ਤਾਂ ਸ਼ਗਨ ਦੀ ਚੀਜ਼ ਹੁੰਦੀ ਹੈ, ਫਿਰ ਸ਼ਗਨ ਦੀ ਚੀਜ਼ ਨਹੀਂ ਵੇਚੀ ਦੀ ਹੁੰਦੀ। ਉਂਝ ਜੇ ਤੇਰਾ ਜੀ ਕਰਦਾ ਤਾਂ ਲੈ ਲਵੀਂ ਇੱਕ ਟੂਲ ਦੀ ਫੁਲਕਾਰੀ ਕਮੀਜ਼ ਬਣਾਉਣ ਵਾਸਤੇ, ਮਾਂ ਜੀ ਨੇ ਕਿਹਾ। ਮੈਨੂੰ ਦਿਖਾ ਦਿਓ ਸਾਰੀਆਂ ਫੁਲਕਾਰੀਆਂ, ਮੈਨੂੰ ਜਿਹੜੀ ਸੋਹਣੀ ਲੱਗੀ ਲੈ ਲਵਾਂਗੀ, ਹਰਮੀਤ ਨੇ ਮਾਂ ਨੂੰ ਕਿਹਾ। ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀ ਕੱਢਣ ਅੰਦਰ ਸਭਾਤ ਵੱਲ ਚਲੇ ਗਏ। ਹਰਮੀਤ ਵੀ ਨਾਲ ਹੀ ਤੁਰ ਪਈ। ਮਾਂ ਜੀ ਨੇ ਸੰਦੂਕ ਖੋਲ੍ਹਿਆ। ਉਸ ਵਿੱਚ ਬਹੁਤ ਸਾਰੇ ਬਾਗ ਅਤੇ ਫੁਲਕਾਰੀਆਂ ਪਏ ਸਨ। ਹਰਮੀਤ ਨੇ ਹੈਰਾਨ ਜਿਹੇ ਹੁੰਦੇ ਪੁੱਛਿਆ, ਮਾਂ ਜੀ ਇਹ ਸਾਰੀਆਂ ਤੁਸੀਂ ਹੀ ਕੱਢੀਆਂ ਨੇ? ਹਾਂ ਧੀਏ ਮੈਂ ਹੀ ਕੱਢੀਆਂ ਨੇ। ਕੁਝ ਤੇਰੀ ਨਾਨੀ ਦੇ ਹੱਥਾਂ ਦੀਆਂ ਨੇ, ਉਹ ਮੈਂ ਅਜੇ ਤੱਕ ਸਾਂਭ ਕੇ ਰੱਖੀਆਂ ਨੇ। ਕਹਿੰਦੇ ਕਹਿੰਦੇ ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀਆਂ ਕੱਢਣ ਲੱਗੇ। ਫੁਲਕਾਰੀਆਂ ਕੱਢ ਕੇ ਉਹ ਬੈਠਕ ਵਿੱਚ ਲੈ ਗਏ। ਫਿਰ ਉਹ ਇਕੱਲੀ ਇਕੱਲੀ ਫੁਲਕਾਰੀ ਬਾਰੇ ਹਰਮੀਤ ਨੂੰ ਦੱਸਣ ਲੱਗੇ। ਹਰਮੀਤ ਨੂੰ ਇਹ ਸਾਰਾ ਕੁਝ ਦੇਖ ਕੇ ਬੜਾ ਹੀ ਅਚੰਭਾ ਲੱਗਿਆ। ਉਹ ਬੜੇ ਧਿਆਨ ਨਾਲ ਆਪਣੀ ਮਾਂ ਦੀਆਂ ਗੱਲਾਂ ਸੁਣ ਵੀ ਰਹੀ ਸੀ ਤੇ ਵਿੱਚ ਵਿੱਚ ਮਾਂ ਤੋਂ ਕੁਝ ਸਵਾਲ ਵੀ ਪੁੱਛੀ ਜਾਂਦੀ ਸੀ। ਮਾਂ ਜੀ ਨੇ ਦੱਸਣਾ ਸ਼ੁਰੂ ਕੀਤਾ, ਦੇਖ ਸਭ ਤੋਂ ਪਹਿਲਾਂ ਤੈਨੂੰ ਮੈਂ ਬਾਗ ਦਿਖਾਉਂਦੀ ਹਾਂ। ਇਸ ਦੀ ਕਢਾਈ ਇੰਨੀ ਸੰਘਣੀ ਏ ਕਿ ਕੱਪੜਾ ਤਾਂ ਕਿਧਰੇ ਦਿਸਦਾ ਹੀ ਨਹੀਂ। ਆਮ ਫੁਲਕਾਰੀਆਂ ਵਿੱਚ ਇੰਨੀ ਸੰਘਣੀ ਕਢਾਈ ਨਹੀਂ ਹੁੰਦੀ। ਇਹ ਤਾਂ ਬਹੁਤ ਹੀ ਸੋਹਣਾ ਹੈ, ਸੱਚਮੁੱਚ ਹੀ ਬਾਗ ਵਾਂਗ। ਇੰਨੀ ਸੰਘਣੀ ਕਢਾਈ ਤਾਂ ਮੈਂ ਕਦੇ ਵੇਖੀ ਹੀ ਨਹੀਂ। ਫਿਰ ਹਰਮੀਤ ਨੇ ਇੱਕ ਹੋਰ ਫੁਲਕਾਰੀ ਚੁੱਕ ਕੇ ਮਾਂ ਜੀ ਤੋਂ ਪੁੱਛਿਆ, ਆਹ ਦੇਖੋ ਮਾਂ ਜੀ, ਇਸ ਫੁਲਕਾਰੀ ਨੂੰ ਕੀ ਕਹਿੰਦੇ ਨੇ? ਆਹ ਜਿਸ ਦੇ ਉੱਪਰ ਤਿਕੋਣੀ ਸ਼ਕਲ ਵਿੱਚ ਕਢਾਈ ਕੀਤੀ ਏ ਤੇ ਬਾਕੀ ਸਾਰੀ ਖਾਲੀ ਛੱਡੀ ਹੋਈ ਹੈ। ਇਹ ਘੁੰਗਟ ਬਾਗ ਹੈ। ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ। ਉਹ ਚੋਪ ਹੈ। ਇਹ ਵਿਆਹ ਦੀ ਫੁਲਕਾਰੀ ਹੈ। ਪਹਿਲਾਂ ਚੂੜਾ ਚੜਾਉਣ ਵੇਲੇ ਇਹ ਕੁੜੀ ਉੱਤੇ ਦਿੱਤੀ ਜਾਂਦੀ ਸੀ। ਇਹ ਦੂਜੀਆਂ ਸਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਦੀ ਕਢਾਈ ਖਾਸ ਗੁੰਝਲਦਾਰ ਤੋਪੇ ਨਾਲ ਕੀਤੀ ਹੁੰਦੀ ਹੈ। ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ। ਇਹ ਕੁੜੀਆਂ ਦੇ ਦਾਜ ਦੀ ਖਾਸ ਚੀਜ਼ ਹੁੰਦੀ ਹੈ। ਇਸ ਵਾਂਗ ਸੁੱਭਰ ਵੀ ਸ਼ਗਨਾਂ ਦਾ ਕੱਪੜਾ ਹੁੰਦਾ ਹੈ। ਇਸ ਨੂੰ ਲਾਵਾਂ ਫੇਰਿਆਂ ਦੇ ਮੌਕੇ ਉੱਤੇ ਦਿੱਤਾ ਜਾਂਦਾ ਸੀ। ਵੇਖ ਇਹਦੇ ਵਿੱਚ ਕੰਨੀਆਂ ਦੇ ਨਾਲ ਨਾਲ ਕਢਾਈ ਕੀਤੀ ਹੋਈ ਹੈ। ਇਸ ਦੇ ਵਿਚਕਾਰ ਸਿਰਫ 5 ਫੁੱਲ ਹੀ ਕੱਢੇ ਹੋਏ ਹਨ, ਬਾਕੀ ਦਾ ਹਿੱਸਾ ਸਾਫ਼ ਹੈ, ਮਾਂ ਜੀ ਨੇ ਮੈਨੂੰ ਜਾਣਕਾਰੀ ਦਿੰਦਿਆਂ ਕਿਹਾ। ਮਾਂ ਜੀ ਉਹ ਵੀ ਚੋਪ ਸੀ ਜਿਹੜਾ ਉਦੋਂ ਭੈਣ ਜੀ ਦੇ ਵਿਆਹ ਉੱਤੇ ਡੋਲੀ ਤੋਰਨ ਸਮੇਂ ਉਹਨਾਂ ਉੱਪਰ ਤਾਣਿਆ ਹੋਇਆ ਸੀ। ਹਰਮੀਤ ਨੇ ਉਤਸੁਕਤਾ ਨਾਲ ਪੁੱਛਿਆ। ਨਾ ਨਾ ਉਹ ਤਾਂ ਤਿਲਪੱਤਰਾ ਸੀ। ਉਹਦੀ ਤਾਂ ਸਿੱਧੀ ਜਿਹੀ ਕਢਾਈ ਸੀ ਤੇ ਕਢਾਈ ਕੀਤੀ ਵੀ ਸਿਰਫ ਕੰਨੀਆਂ ਉੱਤੇ ਹੀ ਸੀ। ਵਿਚਾਲੇ ਤਾਂ ਬਿਰਲੀ ਬਿਰਲੀ ਕਢਾਈ ਹੀ ਕੀਤੀ ਹੋਈ ਸੀ। ਫਿਰ ਇੱਕ ਹੋਰ ਫੁਲਕਾਰੀ ਦਿਖਾਉਂਦੇ ਹੋਏ ਮਾਂ ਜੀ ਬੋਲੇ, ਆਹ ਦੇਖ ਇਹ ਨੀਲਕ ਹੈ। ਇਹਦੀ ਕਢਾਈ ਤਾਂ ਸਾਦੀ ਹੈ, ਪਰ ਇਸ ਦਾ ਰੰਗ ਨੀਲਾ ਹੋਣ ਕਰਕੇ ਹੀ ਇਸ ਨੂੰ ਨੀਲਕ ਕਹਿੰਦੇ ਹਨ।
ਮਾਂ ਜੀ ਤੁਹਾਡੇ ਕੋਲ ਤਾਂ ਬਹੁਤ ਕਿਸਮ ਦੀਆਂ ਫੁਲਕਾਰੀਆਂ ਨੇ, ਭਲਾ ਇਹਨਾਂ ਦੀ ਕੋਈ ਹੋਰ ਕਿਸਮ ਵੀ ਹੁੰਦੀ ਹੈ? ਇੱਕ ਹੋਰ ਫੁਲਕਾਰੀ ਵੀ ਹੁੰਦੀ ਹੈ ਜਿਹਦੇ ਉੱਪਰ ਛੋਟੇ ਛੋਟੇ ਸੀਸਿਆਂ ਦੇ ਟੁਕੜੇ ਜੜੇ ਹੁੰਦੇ ਹਨ। ਉਹਨੂੰ ਸ਼ਮਾਸ਼ ਕਹਿੰਦੇ ਹਨ। ਉਹ ਬਹੁਤ ਸੋਹਣੀ ਲੱਗਦੀ ਹੈ। ਤੇਰੀ ਮਾਸੀ ਕੋਲ ਹੈ ਇੱਕ ਸ਼ਮਾਸ਼, ਜਦੋਂ ਕਦੇ ਉੱਥੇ ਗਈ ਤਾਂ ਵੇਖ ਆਵੀਂ। ਮਾਂ ਜੀ ਇੰਨੀ ਕਢਾਈ ਹੱਥਾਂ ਨਾਲ ਕੀਤੀ ਹੈ ਜਾਂ ਮਸ਼ੀਨਾਂ ਨਾਲ? ਮਸ਼ੀਨਾਂ ਉਦੋਂ ਡੁੱਬਣੀਆਂ ਕਿੱਥੇ ਹੁੰਦੀਆਂ ਸਨ। ਇਹ ਮਸ਼ੀਨਾਂ ਦਾ ਤਾਂ ਹੁਣੇ ਚੱਲਿਆ ਰਿਵਾਜ, ਤਾਂ ਹੀ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕਸੀਦਾ ਕੱਢਣਾ ਭੁੱਲ ਗਿਆ। ਕੱਢਿਆ ਕਢਾਇਆ ਜੋ ਮਿਲ ਜਾਂਦਾ ਸਭ ਕੁਝ। ਮਾਂ ਜੀ ਨੇ ਕਸੀਦੇ ਦੇ ਘਟ ਰਹੇ ਸ਼ੌਂਕ ਉੱਤੇ ਔਖਿਆਂ ਹੁੰਦੇ ਕਿਹਾ। ਫਿਰ ਥੋੜ੍ਹਾ ਜਿਹਾ ਰੁਕ ਕੇ ਕਹਿਣ ਲੱਗੇ, ਫੁਲਕਾਰੀਆਂ ਦੀ ਕਢਾਈ ਤਾਂ ਸਾਡੇ ਵੇਲੇ ਹੁੰਦੀ ਸੀ। ਅਸੀਂ ਸ਼ਹਿਰੋਂ ਕਈ ਰੰਗਾਂ ਦੇ ਪੱਟੇ ਮੰਗਵਾ ਲੈਂਦੀਆਂ, ਫਿਰ ਘਰ ਦੇ ਬੁਣੇ ਖੱਦਰ ਨੂੰ ਸੂਹਾ ਰੰਗ ਕੇ ਕਢਾਈ ਕਰਦੀਆਂ। ਕਢਾਈ ਦਾ ਚਾਅ ਇੰਨਾ ਹੁੰਦਾ ਸੀ ਕਿ ਤੜਕੇ ਨੇਰੇ ਹੀ ਉੱਠ ਕੇ ਰੋਟੀ ਟੁੱਕ ਤੇ ਗੋਹੇ ਕੂੜੇ ਦਾ ਕੰਮ ਮੁਕਾ ਛੱਡਣਾ। ਫਿਰ ਕੁੜੀਆਂ ਨੇ ਇਕੱਠੀਆਂ ਹੋ ਕੇ ਬਹਿ ਜਾਣਾ ਕਢਾਈ ਕਰਨ। ਤੇਰੀ ਨਾਨੀ ਦਾ ਹੱਥ ਤਾਂ ਇੰਨਾ ਸਾਫ਼ ਸੀ ਕਿ ਉਸਦੇ ਕੱਢੇ ਬਾਗਾਂ ਅਤੇ ਫੁਲਕਾਰੀਆਂ ਦੀਆਂ ਘਰ ਘਰ ਗੱਲਾਂ ਹੁੰਦੀਆਂ ਸਨ। ਉਹ ਆਪ ਹੀ ਨਵੇਂ ਨਵੇਂ ਨਮੂਨੇ ਕੱਢ ਲੈਂਦੀ ਸੀ। ਅਜੇ ਮਾਂ ਜੀ ਨੇ ਗੱਲ ਮੁਕਾਈ ਹੀ ਨਹੀਂ ਸੀ ਕਿ ਹਰਮੀਤ ਵਿੱਚੋਂ ਹੀ ਬੋਲ ਪਈ, ਮਾਂ ਜੀ, ਪਰ ਇੱਕ ਗੱਲ ਤਾਂ ਦੱਸੋ ਕਿ ਖੱਦਰ ਉੱਤੇ ਇੰਨੀ ਸੋਹਣੀ ਕਢਾਈ ਕਿਵੇਂ ਕਰ ਲੈਂਦੇ ਹੋ ਤੁਸੀਂ? ਮੈਥੋਂ ਤਾਂ ਦਸੂਤੀ ਉੱਤੇ ਵੀ ਕਈ ਵਾਰ ਠੀਕ ਫੁੱਲ ਨਹੀਂ ਪੈਂਦੇ। ਬਸ ਤੱਕ ਨਾਲ ਹੀ ਹੌਲੀ ਹੌਲੀ ਹੱਥ ਵਿੱਚ ਸਫਾਈ ਆ ਜਾਂਦੀ ਹੈ। ਫਿਰ ਤਾਂ ਅਸੀਂ ਗੱਲਾਂ ਵੀ ਕਰੀ ਜਾਂਦੀਆਂ, ਮਜਾਲ ਏ ਕਿਤੇ ਤੋਪਾ ਵੀ ਇੱਧਰ ਉੱਧਰ ਹੋ ਜਾਵੇ। ਨਾ ਤੈਨੂੰ ਇੱਕ ਹੋਰ ਗੱਲ ਦੱਸਾਂ, ਫੁਲਕਾਰੀ ਦੀ ਕਢਾਈ ਵੀ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ। ਮਾਂ ਜੀ ਨੇ ਦੱਸਿਆ। ਪੁੱਠੇ ਪਾਸੇ ਤੋਂ? ਉਹ ਕਿਵੇਂ ਮਾਂ ਜੀ? ਹਰਮੀਤ ਨੇ ਹੈਰਾਨ ਹੁੰਦੇ ਪੁੱਛਿਆ। ਫਿਰ ਕਦੇ ਦੱਸਾਂਗੀ, ਆਪੇ ਹੌਲੀ ਹੌਲੀ ਸਿੱਖ ਜਾਏਂਗੀ, ਜੇ ਇੰਨਾ ਹੀ ਸ਼ੌਂਕ ਹੈ ਤਾਂ। ਹਾਂ ਮਾਂ ਜੀ, ਮੈਂ ਜ਼ਰੂਰ ਸਿੱਖਾਂਗੀ, ਹਰਮੀਤ ਚਾਅ ਨਾਲ ਬੋਲੀ। ਅਤੇ ਫਿਰ ਮਾਂ ਜੀ ਫੁਲਕਾਰੀਆਂ ਦੀਆਂ ਤਹਿਆਂ ਮਾਰਨ ਲੱਗ ਪਏ। ਇੱਕ ਟੂਲ ਦੀ ਫੁਲਕਾਰੀ ਉਹਨਾਂ ਪਾਸੇ ਕੱਢ ਕੇ ਰੱਖ ਦਿੱਤੀ। ਲੈ ਇਹ ਲੈ ਜਾਈਂ ਤੂੰ ਆਪਣੀ ਕਮੀਜ਼ ਬਣਾਉਣ ਵਾਸਤੇ, ਕਹਿੰਦੇ ਹੋਏ ਉਹ ਫੁਲਕਾਰੀਆਂ ਅੰਦਰ ਸੰਦੂਕ ਵਿੱਚ ਰੱਖਣ ਚਲੇ ਗਏ। ਔਖੇ ਸ਼ਬਦਾਂ ਦੇ ਅਰਥ। ਬਿਸਰ, ਵਿਸਾਰ, ਭੁੱਲ, ਅਚੰਭਾ, ਹੈਰਾਨ ਕਰਨ ਵਾਲਾ। ਸਬਾਤ, ਛੱਤਦਾਰ ਰਸਤਾ ਜੋ ਦੋ ਕਮਰਿਆਂ ਨੂੰ ਮਿਲਾਏ। ਬੈਠਕ, ਉਹ ਕਮਰਾ ਜਿੱਥੇ ਮਹਿਮਾਨਾਂ ਨੂੰ ਬਿਠਾਇਆ ਜਾਵੇ। ਗੁੰਝਲਦਾਰ, ਔਖਾ। ਤੋਪਾ, ਟਾਂਕਾ। ਕਸੀਦਾ, ਕੱਪੜੇ ਉੱਤੇ ਸੂਈ ਨਾਲ ਕੱਢੇ ਬਿੱਲ ਬੂਟੇ। ਪੱਟ, ਰੇਸ਼ਮ। ਖੱਦਰ, ਮੋਟਾ ਸੂਤੀ ਕੱਪੜਾ। ਸੂਹਾ, ਲਾਲ। ਤੜਕੇ, ਸਵੇਰੇ, ਜਲਦੀ। ਨਮੂਨੇ, ਕਿਸੇ ਬਣੀ ਹੋਈ ਚੀਜ਼ ਵਰਗੀ ਨਵੀਂ ਚੀਜ਼ ਕੱਢਣਾ। ਦਸੂਤੀ, ਉਹ ਕੱਪੜਾ ਜਿਸ ਵਿੱਚ ਦੋ ਤਾਗੇ ਇਕੱਠੇ ਪਾ ਕੇ ਕਢਾਈ ਕੀਤੀ ਜਾਵੇ। ਸੰਦੂਕ, ਲੱਕੜ ਦੀ ਬਣੀ ਹੋਈ ਪੇਟੀ। ਕੁਝ ਹੋਰ ਯਾਦ ਰੱਖਣਯੋਗ ਗੱਲਾਂ। ਹਰ ਖੇਤਰ ਦੇ ਪਹਿਰਾਵੇ ਵੱਖ ਵੱਖ ਹੁੰਦੇ ਹਨ। ਫੁਲਕਾਰੀ ਪੰਜਾਬੀ ਸੱਭਿਆਚਾਰ ਵਿੱਚ ਸ਼ਗਨਾਂ ਦੀ ਚੀਜ਼ ਹੁੰਦੀ ਹੈ। ਮੁੰਡੇ ਦੇ ਵਿਆਹ ਸਮੇਂ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਕੁੜੀ ਦੇ ਵਿਆਹ ਸਮੇਂ ਸੁਹਾਗ। ਭੰਗੜਾ ਅਤੇ ਗਿੱਧਾ ਪੰਜਾਬੀਆਂ ਦੇ ਲੋਕ ਨਾਚ ਹਨ। ਹੁਣ ਬੱਚਿਓ ਆਪਾਂ ਇਸ ਦਾ ਪਾਠ ਅਭਿਆਸ ਕਰਾਂਗੇ। ਇਸ ਦੇ ਵਿੱਚ ਪਹਿਲਾ ਪ੍ਰਸ਼ਨ ਹੈਗਾ ਬੱਚਿਓ ਆਪਾਂ ਨੂੰ, ਪ੍ਰਸ਼ਨ ਨੰਬਰ 1, ਪੁਰਾਣੇ ਸਮਿਆਂ ਵਿੱਚ ਫੁਲਕਾਰੀ ਕਿਉਂ ਨਹੀਂ ਵੇਚੀ ਜਾਂਦੀ ਸੀ? ਤਾਂ ਇਸ ਦਾ ਉੱਤਰ ਹੈਗਾ ਬੱਚਿਓ ਇਹ ਵਾਲਾ, ਪੁਰਾਣੇ ਸਮਿਆਂ ਵਿੱਚ ਫੁਲਕਾਰੀ ਨੂੰ ਸ਼ਗਨਾਂ ਦੀ ਚੀਜ਼ ਸਮਝਿਆ ਜਾਂਦਾ ਸੀ, ਇਸ ਕਰਕੇ ਫੁਲਕਾਰੀ ਨੂੰ ਵੇਚਿਆ ਨਹੀਂ ਜਾਂਦਾ ਸੀ। ਪ੍ਰਸ਼ਨ ਨੰਬਰ 2, ਜਿਸ ਫੁਲਕਾਰੀ ਉੱਤੇ ਕੱਪੜਾ ਨਾ ਦਿਸਦਾ ਹੋਵੇ ਉਸ ਨੂੰ ਕੀ ਕਹਿੰਦੇ ਹਨ? ਉੱਤਰ ਹੈਗਾ ਬੱਚਿਓ, ਜਿਸ ਫੁਲਕਾਰੀ ਵਿੱਚ ਕੱਪੜਾ ਨਾ ਦਿਸਦਾ ਹੋਵੇ ਉਸ ਨੂੰ ਬਾਗ ਕਹਿੰਦੇ ਹਨ। ਪ੍ਰਸ਼ਨ ਨੰਬਰ 3, ਸ਼ਮਾਸ਼ ਵਿੱਚ ਕੀ ਲੱਗਾ ਹੁੰਦਾ ਹੈ? ਸ਼ਮਾਸ਼ ਵਿੱਚ ਬੱਚਿਓ ਕੀ ਲੱਗਾ ਹੁੰਦਾ ਹੈ? ਸ਼ਮਾਸ਼ ਉੱਪਰ ਛੋਟੇ ਛੋਟੇ ਸੀਸਿਆਂ ਦੇ ਟੁਕੜੇ ਜੜੇ ਹੁੰਦੇ ਹਨ। ਪ੍ਰਸ਼ਨ ਨੰਬਰ 4, ਇਸ ਲੇਖ ਵਿੱਚ ਕਿੰਨੇ ਕਿਸਮਾਂ ਦੀਆਂ ਫੁਲਕਾਰੀਆਂ ਆਈਆਂ ਹਨ? ਕਿੰਨੇ ਕਿਸਮਾਂ ਦੀਆਂ ਫੁਲਕਾਰੀਆਂ ਆਈਆਂ ਨੇ ਬੱਚਿਓ? ਇਸ ਲੇਖ ਵਿੱਚ ਘੁੰਗਟ, ਬਾਗ, ਚੋਪ, ਸੁੱਬਰ, ਤਿਲਪੱਤਰਾ, ਨੀਲਕ ਅਤੇ ਸ਼ਮਾਸ਼ ਕਿਸਮ ਦੀਆਂ ਫੁਲਕਾਰੀਆਂ ਆਈਆਂ ਹਨ। ਤਾਂ ਬੱਚਿਓ ਇਹ ਕਿੰਨੇ ਕਿਸਮਾਂ ਦੀਆਂ ਹੋ ਗਈਆਂ?
7 लगभग ये 7 किस्मां ਦੀਆਂ ਹੋ ਗਈਆਂ। ਤੇ ਇਸ ਪਾਠ ਵਿੱਚ ਜਿਹੜੀਆਂ ਆਈਆਂ ਨੇ ਉਹਨਾਂ ਦੇ ਤੁਸੀਂ ਨਾਂ ਲਿਖਣੇ ਨੇ, ਘੁੰਗਟ, ਬਾਗ, ਚੋਪ, ਸੁੱਬਰ, ਤਿਲਪੱਤਰਾ, ਨੀਲਕ ਅਤੇ ਸ਼ਮਾਸ਼। ਅੱਗੇ ਦੇਖਦੇ ਹਾਂ ਬੱਚਿਓ, ਅੱਗੇ ਹੋਰ ਪ੍ਰਸ਼ਨ ਹੈਗੇ ਨੇ ਆਪਣੇ। ਪ੍ਰਸ਼ਨ ਨੰਬਰ 1, ਘੁੰਗਟ ਬਾਗ ਵਿੱਚ ਕਿਹੋ ਜਿਹੀ ਕਢਾਈ ਕੀਤੀ ਹੁੰਦੀ ਹੈ? ਉੱਤਰ ਹੈਗਾ ਘੁੰਗਟ ਬਾਗ ਵਿੱਚ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ। ਪ੍ਰਸ਼ਨ ਨੰਬਰ 2, ਤਿਲਪੱਤਰਾ ਵਿੱਚ ਕੀਤੀ ਜਾਂਦੀ ਕਢਾਈ ਬਾਰੇ ਦੱਸੋ। ਤਿਲਪੱਤਰਾ ਵਿੱਚ ਸਿਰਫ ਕੰਨੀਆਂ ਉੱਤੇ ਹੀ ਕਢਾਈ ਜਿਹੀ ਤਿਲਪੱਤਰਾ ਵਿੱਚ ਸਿਰਫ ਕੰਨੀਆਂ 'ਤੇ ਹੀ ਸਿੱਧੀ ਜਿਹੀ ਕਢਾਈ ਕੀਤੀ ਹੁੰਦੀ ਹੈ। ਇਸ ਵਿੱਚ ਵਿਚਾਲੇ ਤਾਂ ਬਿਰਲੀ ਬਿਰਲੀ ਕਢਾਈ ਹੀ ਕੀਤੀ ਹੁੰਦੀ ਹੈ। ਪ੍ਰਸ਼ਨ ਨੰਬਰ 3, ਕੁੜੀਆਂ ਫੁਲਕਾਰੀ ਦੀ ਕਢਾਈ ਕਿਵੇਂ ਕਰਦੀਆਂ ਹਨ? ਕੁੜੀਆਂ ਖੱਦਰ ਦੇ ਰੰਗੇ ਕੱਪੜੇ ਉੱਤੇ ਰੇਸ਼ਮ ਦੇ ਰੰਗ ਬਿਰੰਗੇ ਧਾਗਿਆਂ ਨਾਲ ਪੁੱਠੇ ਪਾਸਿਓਂ ਕਢਾਈ ਕਰਦੀਆਂ ਹਨ। ਬੱਚਿਓ ਅੱਗੇ ਆਪਾਂ ਨੂੰ ਜਿਹੜੇ ਸ਼ਬਦ ਦਿੱਤੇ ਹੋਏ ਨੇ ਇਹਨਾਂ ਦੇ ਵਿੱਚੋਂ ਇੱਕ ਸ਼ਬਦ ਸਹੀ ਹੈ ਅਤੇ 2 ਸ਼ਬਦ ਗਲਤ ਨੇ। ਠੀਕ ਹੈ, ਇੱਕ ਸ਼ਬਦ ਨੂੰ 3 ਵਾਰ ਲਿਖਿਆ ਗਿਆ ਅਤੇ ਆਪਾਂ ਨੇ ਸਹੀ ਦੇ ਅੱਗੇ ਸਹੀ ਦਾ ਨਿਸ਼ਾਨ ਲਾਉਣਾ ਹੈ। ਪਹਿਲਾ ਸ਼ਬਦ ਹੈਗਾ ਬੱਚਿਓ ਕਢਾਈ, ਇੱਥੇ ਡੱਡਾ ਲਿਖਿਆ ਗਿਆ, ਇਸ ਕਰਕੇ ਇਹ ਗਲਤ ਹੈ। ਅਤੇ ਦੂਜੇ ਦੇ ਵਿੱਚ ਈੜੀ ਨੂੰ ਸਿਹਾਰੀ ਲਾਈ ਗਈ ਹੈ, ਤਾਂ ਕਰਕੇ ਇਹ ਵੀ ਗਲਤ ਹੈ। ਤਾਂ ਇਹ ਬਿਲਕੁਲ ਸਹੀ ਹੈ, ਇਸ 'ਤੇ ਆਪਾਂ ਟਿੱਕ ਦਾ ਨਿਸ਼ਾਨ ਲਾ ਦਾਂਗੇ। ਗੁੰਝਲਦਾਰ, ਇਹ ਬਿਲਕੁਲ ਸਹੀ ਹੈ। ਠੀਕ ਹੈ, ਇੱਥੇ ਆਪਾਂ ਨੂੰ ਝੱਜਾ ਲਿਖਣਾ ਸੀ ਪਰ ਜੱਜਾ ਲਿਖਤਾ, ਅਤੇ ਇੱਥੇ ਆਪਾਂ ਨੂੰ ਗੁੰਝਲਦਾਰ, ਅਤੇ ਇੱਥੇ 2 ਮਤਲਬ ਦਲੈਂਕੜ ਲਾਤੇ, ਇੱਥਾਂ ਨੇ ਔਂਕੜ ਆਉਣਾ ਸੀ। ਠੀਕ ਹੈ, ਅਤੇ ਇੱਕ ਲੱਲੇ ਦੇ ਪੈਰ 'ਚ ਬਿੰਦੀ ਆਉਣੀ ਸੀ। ਅਤੇ ਇਸੇ ਤਰ੍ਹਾਂ ਸਧਾਰਨ, ਇਹ ਵਾਲਾ ਬਿਲਕੁਲ ਸਹੀ ਹੈ। ਅਤੇ ਇਸ ਤੋਂ ਬਾਅਦ ਇੱਥੇ ਨਾਣਾ ਲਿਖਿਆ ਗਿਆ, ਇਹ ਗਲਤ ਹੈ। ਅਤੇ ਇੱਥੇ ਧੱਦੇ ਨੂੰ, ਇੱਥੇ ਸੱਸੇ ਨੂੰ ਕੰਨਾ ਪਾਇਆ ਗਿਆ। ਠੀਕ ਹੈ, ਸੱਸੇ ਕੰਨਾ ਤਾਂ ਉਹ ਬਿਲਕੁਲ ਗਲਤ ਹੈ। ਇਸ ਤੋਂ ਬਾਅਦ ਅਗਲੇ 2 ਸ਼ਬਦ ਦੇਖਦੇ ਹਾਂ। ਅੱਗੇ ਹੈਗੇ ਸ਼ੀਸ਼ਿਆਂ। ਠੀਕ ਹੈ, ਇੱਥੇ ਸੱਸੇ ਦੇ ਪੈਰ 'ਚ ਬਿੰਦੀ ਨਹੀਂ ਪਾਈ ਗਈ। ਠੀਕ ਹੈ, ਤਾਂ ਕਰਕੇ ਇਹ ਗਲਤ ਹੈ। ਅਤੇ ਇੱਥੇ ਜਿਹੜਾ ਪਹਿਲਾ ਸੱਸਾ ਹੈ ਉਹਦੇ ਪੈਰ 'ਚ ਵੀ ਬਿੰਦੀ ਪਾ ਦਿੱਤੀ ਹੈ, ਤਾਂ ਕਰਕੇ ਇਹ ਵੀ ਗਲਤ ਹੈ। ਤਾਂ ਇਹ ਬਿਲਕੁਲ ਸਹੀ ਹੈ। ਨਹੀਂ, ਮਤਲਬ ਇਹ ਵਾਲਾ ਸਹੀ ਹੈ, ਅਤੇ ਇੱਥੇ ਵੀ ਪਹਿਲੇ ਸੱਸੇ ਦੇ ਪੈਰ 'ਚ ਬਿੰਦੀ ਨਹੀਂ ਪਾਈ ਗਈ, ਤਾਂ ਸਹੀ ਇਹ ਵਾਲਾ ਆਏਗਾ। 2 ਪੈਰ ਸੱਸਿਆਂ ਦੇ ਪੈਰ ਦੇ ਵਿੱਚ ਬਿੰਦੀ ਪਏਗੀ। ਠੀਕ ਹੈ, ਇਹ ਤੋਂ ਬਾਅਦ ਹੈਗਾ ਫੁਲਕਾਰੀ, ਇਹ ਸਹੀ ਹੈ। ਅਤੇ ਇੱਥੇ ਦਲੈਂਕੜ ਲਾਉਣ ਨਾਲ ਇਹ ਫੂਲਕਾਰੀ ਬਣ ਗਿਆ, ਤਾਂ ਆਪਾਂ ਫੁਲਕਾਰੀ ਨਹੀਂ ਲਿਖਣਾ। ਠੀਕ ਹੈ, ਇੱਥੇ ਦਲੈਂਕੜ ਜਾਂ ਔਂਕੜ ਕੁਝ ਵੀ ਨਹੀਂ ਲਾਇਆ ਗਿਆ, ਤਾਂ ਇਹ ਫੁਲਕਾਰੀ ਬਣ ਗਿਆ। ਠੀਕ ਹੈ, ਪਰ ਆਪਾਂ ਇਹਨੂੰ ਕੀ ਕਹਿੰਦੇ ਹਾਂ, ਫੁਲਕਾਰੀ। ਤਾਂ ਇਹ ਵਾਲਾ ਬਿਲਕੁਲ ਸਹੀ ਹੈ। ਅੱਗੇ ਹੈਗੇ ਬੱਚੋ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਪਹਿਲਾ ਵਾਕ ਹੈਗਾ ਬੱਚੋ ਸ਼ਗਨ। ਫੁਲਕਾਰੀ ਸ਼ਗਨ ਦੀ ਚੀਜ਼ ਸਮਝੀ ਜਾਂਦੀ ਹੈ। ਨੰਬਰ 2 ਹੈਗਾ ਸੁੱਬਰ। ਸੁੱਬਰ ਸ਼ਗਨਾਂ ਦਾ ਕੱਪੜਾ ਹੁੰਦਾ ਹੈ। ਨੰਬਰ 3 ਰਿਵਾਜ। ਅੱਜ ਕੱਲ੍ਹ ਫੁਲਕਾਰੀ ਦਾ ਰਿਵਾਜ ਬਹੁਤ ਘੱਟ ਗਿਆ ਹੈ। ਨਮੂਨੇ। ਦੁਕਾਨਦਾਰ ਕੋਲ ਫੁਲਕਾਰੀ ਦੇ ਕਈ ਨਮੂਨੇ ਸਨ। ਸਫਾਈ। ਸਾਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ। ਹੇਠ ਦਿੱਤੇ ਚਿੱਤਰ ਨੂੰ ਦੇਖ ਕੇ ਘੱਟੋ ਘੱਟ 5 ਸਤਰਾਂ ਲਿਖੋ। ਬੱਚਿਓ ਇਹ ਆਪਾਂ ਨੂੰ ਚਿੱਤਰ ਦਿਖਾਇਆ ਗਿਆ, ਇਸ ਦੇ ਵਿੱਚ ਜਿਹੜੀਆਂ ਲੜਕੀਆਂ ਨੇ, ਕੁੜੀਆਂ ਨੇ, ਜਾਂ ਜਿਹਨੂੰ ਮੁਟਿਆਰਾਂ ਕਹਿ ਸਕਦੇ ਹਾਂ, ਚਰਖਾ ਕੱਤ ਰਹੀਆਂ ਨੇ। ਠੀਕ ਹੈ, ਅਤੇ ਨਾਲ ਨਾਲ ਫੁਲਕਾਰੀ ਕੱਢ ਰਹੀਆਂ ਨੇ। ਇਹ ਕੰਮ ਆਪਣੀ ਸਮਝ ਅਨੁਸਾਰ ਬੱਚੇ ਖੁਦ ਕਰਨਗੇ। ਇੱਥੇ ਤੁਸੀਂ ਲਿਖ ਸਕਦੇ ਹੋ ਕਿ ਕੁੜੀਆਂ ਰਲ ਮਿਲ ਕੇ ਚਰਖਾ ਕੱਤ ਰਹੀਆਂ ਨੇ। ਠੀਕ ਹੈ, ਕੁੜੀਆਂ ਫੁਲਕਾਰੀ ਕੱਢ ਰਹੀਆਂ ਨੇ, ਅਤੇ ਉਹ ਆਪਸ ਦੇ ਵਿੱਚ ਮਤਲਬ ਗੱਲਾਂ ਕਰ ਰਹੀਆਂ ਨੇ। ਅਤੇ ਜਿਹੜੇ ਇਹਦੇ ਵਿੱਚ ਘਰ ਨੇ ਉਹ ਪੁਰਾਣੇ ਰਿਵਾਜ ਦੇ ਮਤਲਬ ਲਿਪੇ ਹੋਏ ਨੇ ਇਸ ਤਰ੍ਹਾਂ ਦੇ, ਹੈ ਨਾ। ਅਤੇ ਇੱਥੇ ਤੁਸੀਂ ਆਹ ਦੇਖ ਸਕਦੇ ਹੋ ਆਪਣੇ ਮਟਕੇ ਵਗੈਰਾ ਨੇ। ਠੀਕ ਹੈ, ਅਤੇ ਹੋਰ ਵੀ ਚਰਖੇ ਬਾਰੇ ਲਿਖ ਸਕਦੇ ਹੋ। ਠੀਕ ਹੈ, ਤਾਂ ਇਹ ਤੁਸੀਂ ਆਪਣੇ ਤਰੀਕੇ ਨਾਲ ਕਰਨਾ ਹੈ। ਸਮਝਦਾਰ ਅਤੇ ਸਿਰਜਣਾਤਮਕ ਪਰਖ। ਫੁਲਕਾਰੀ ਦੀਆਂ ਕਿਸਮਾਂ ਲਿਖਣੀਆਂ ਨੇ ਬੱਚੇ। ਆਪਾਂ ਨੇ ਫੁਲਕਾਰੀ ਦੀਆਂ ਕਿਸਮਾਂ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ। ਚੋਪ, ਘੁੰਗਟ ਬਾਗ, ਨੀਲਕ, ਸ਼ਮਾਸ਼, ਸ਼ੁੱਬਰ, ਤਿਲਪੱਤਰਾ, ਇਹ ਸਾਰੀਆਂ ਫੁਲਕਾਰੀ ਦੀਆਂ ਕਿਸਮਾਂ ਨੇ। ਇਹ ਤੋਂ ਬਾਅਦ ਹੈਗਾ ਬੱਚਿਓ ਗੁਰੂ ਨਾਨਕ ਦੇਵ ਜੀ ਦਾ ਲੇਖ ਹੈ, ਜਿਹੜਾ ਆਪਾਂ ਨੂੰ ਅੱਧਾ ਦਿੱਤਾ ਹੋਇਆ ਹੈ। ਠੀਕ ਹੈ, ਇਹ ਆਪਾਂ ਨੇ ਪੂਰਾ ਲਿਖਣਾ ਹੈ। ਤਾਂ ਅੱਧਾ ਨਹੀਂ ਦਿੱਤਾ ਹੋਇਆ, ਮਤਲਬ ਇਹਦੇ ਵਿੱਚ ਆਪਾਂ ਨੂੰ ਸਿਰਫ ਸ਼ਬਦ ਦਿੱਤੇ ਹੋਏ ਨੇ। ਜਿਵੇਂ ਆਪਾਂ ਪੂਰੀ ਲਾਈਨ ਲਿਖਾਂਗੇ, ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਉਹਨਾਂ ਦਾ ਜਨਮ 1469 ਈਸਵੀ ਨੂੰ ਹੋਇਆ। 1469 ਈਸਵੀ ਨੂੰ ਰਾਏ ਭੋਜ ਦੀ ਤਲਵੰਡੀ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਂ ਤ੍ਰਿਪਤਾ ਦੇਵੀ ਸੀ। ਆਪ ਜੀ ਦੇ ਭੈਣ ਬੇਬੇ ਨਾਨਕੀ ਸਨ। ਆਪ 5 ਸਾਲ ਦੀ ਉਮਰ ਵਿੱਚ ਹੀ ਪਾਦੇ ਕੋਲ ਪੜ੍ਹਨ ਗਏ। ਤਾਂ ਇਸ ਤਰ੍ਹਾਂ ਆਪਾਂ ਇਹਨਾਂ ਲਾਈਨਾਂ ਨੂੰ ਜਿਹੜਾ ਪੂਰਾ ਕਰਕੇ ਲਿਖਾਂਗੇ। ਆਪਾਂ ਨੂੰ ਛੋਟੀਆਂ ਲਾਈਨਾਂ ਦਿੱਤੀਆਂ ਹੋਈਆਂ ਨੇ। ਠੀਕ ਹੈ, ਇਹ ਬੱਚੇ ਖੁਦ ਕਰਨਗੇ। ਅਤੇ ਇਸ ਤੋਂ ਬਾਅਦ ਜਿਹੜਾ ਇਹ ਪਾਠ ਹੈ ਇਹ ਪੂਰਾ ਹੋ ਗਿਆ। ਅਗਲੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ। ਧੰਨਵਾਦ।